पर पहला मोदी के ਜਿਹੜੇ ਤਿੰਨ ਵੱਡੇ ਘੁਟਾਲੇ ਨੇ ਆਪਾਂ ਇਹਦੇ ਬਾਰੇ ਗੱਲਬਾਤ ਕਰਨੀ ਆ। ਸੋ ਮੋਦੀ ਦੇ ਤਿੰਨ ਵੱਡੇ ਘੁਟਾਲੇ, ਨੰਬਰ 1 ਘੁਟਾਲਾ ਰਫੇਲ ਡੀਲ ਦਾ ਘੁਟਾਲਾ ਹੈਗਾ ਜੀ। ਠੀਕ ਹੈ ਜੀ। ਰਫੇਲ ਡੀਲ ਦੀ ਥੋੜੀ ਮੈਂ ਡਿਟੇਲ ਟਾਈਮਲਾਈਨ ਲਿਖੀ ਸੀਗੀ। ਇਹ ਰਫੇਲ ਦੀ ਵੀ ਕਦੋਂ ਸ਼ੁਰੂ ਹੁੰਦਾ ਆ, ਇਹ ਸ਼ੁਰੂ ਹੁੰਦਾ ਜੀ 2001 ਦੇ ਵਿੱਚ। 2001 ਦੇ ਵਿੱਚ ਜਿਹੜੀ ਆਪਣੇ 1999 ਦੇ ਵਿੱਚ ਹੁੰਦਾ ਕਾਰਗਲ ਯੁੱਧ। ਠੀਕ ਹੈ ਜੀ। 1999 ਚ ਕਾਰਗਲ ਹੁੰਦਾ ਤੇ ਕਿਹਾ ਜਾਂਦਾ ਵੀ ਇੰਡੀਆ ਉਹ ਯੁੱਧ ਜਿੱਤਿਆ ਆ, ਪਰ ਚਲੋ ਹੁਣ ਆਪਣੀ ਜ਼ਮੀਨ ਅਗਰ ਕੋਈ ਹੜਪ ਗਿਆ, ਫਰਜ਼ ਕਰੋ ਮੇਰੀ ਜ਼ਮੀਨ ਤੇ ਕੋਈ ਕਬਜ਼ਾ ਕਰ ਗਿਆ ਤੇ ਮੈਂ ਉਹ ਕਬਜ਼ਾ ਛਡਵਾ ਲਿਆ, ਤੇ ਇਹ ਤਾਂ ਨਹੀਂ ਮੈਂ ਕਹੂੰਗਾ ਵੀ ਮੈਂ ਜਿੱਤ ਗਿਆ। ਬੇਸਿਕਲੀ ਕਾਰਗਲ ਦੇ ਵਿੱਚ ਇਹ ਹੋਇਆ ਆ। ਏਰੀਆ ਉਹ ਇੰਡੀਆ ਦਾ ਸੀਗਾ। ਇੰਟੈਲੀਜੈਂਸ ਫੇਲਿਅਰ ਸੀ ਬਹੁਤ ਤਕੜਾ। ਜਿਹੜੇ ਆਪਾਂ ਕਹਿੰਦੇ ਆ ਵੀ ਇੰਟੈਲੀਜੈਂਸ ਜਿਹੜੀ ਸਰਵਿਸਿਜ਼ ਨੇ ਵੀ ਇਹ ਰਾ ਕਹਿ ਲਈਏ ਆਪਾਂ, ਜਾਂ ਹੋਰ ਵੀ ਜਿਹੜੀ ਇੰਟਰਨਲ ਇਹਨਾਂ ਕੋਲ ਇਨਫੋਰਮੇਸ਼ਨ ਦੇਣ ਵਾਲੇ ਬੰਦੇ ਨੇ ਵੀ ਬਾਰਡਰ ਦੇ ਉੱਤੇ, ਕਿਉਂਕਿ ਮਸਲਾ ਇੰਡੀਆ ਦਾ ਚੀਨ ਤੇ ਪਾਕਿਸਤਾਨ ਦੇ ਨਾਲ ਬੜੀ ਦੇਰ ਦਾ ਮਸਲਾ ਚੱਲਦਾ ਆ ਰਿਹਾ, ਜਦੋਂ ਦਾ ਇੰਡੀਆ ਹੋਂਦ ਦੇ ਵਿੱਚ ਆਇਆ ਹੈ 1947 ਚ। ਠੀਕ ਹੈ ਜੀ। ਸੋ ਉਹ ਜਿਹੜੀ ਕਾਰਗਲ ਸੀਗੀ ਉਹ ਆਪਣੇ ਉੱਥੇ ਜੰਗ ਲੱਗਦੀ ਆ। ਇੰਡੀਆ ਨੂੰ ਜਦੋਂ ਪਤਾ ਲੱਗਦਾ, ਵਾਜਪੇਈ ਸਾਹਿਬ ਸੀ ਪ੍ਰਧਾਨ ਮੰਤਰੀ, ਜਦੋਂ ਪਤਾ ਲੱਗਦਾ ਵੀ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਸਾਡੇ ਏਰੀਏ ਦੇ ਉੱਤੇ, ਤੇ ਅਸੀਂ ਉਹ ਆਪਣਾ ਹਮਲਾ ਕਰਕੇ ਬੋਫੋਰਸ ਜਿਹੜੀਆਂ ਤੋਪਾਂ ਸੀਗੀਆਂ ਉਹਨਾਂ ਨੇ ਕਾਫੀ ਹੈਲਪ ਕੀਤੀ, ਤੇ ਉਹ ਪਾਕਿਸਤਾਨ ਨੇ ਜਿਹੜਾ ਕਬਜ਼ਾ ਕੀਤਾ ਸੀ ਸਾਡੇ ਏਰੀਏ ਦੇ ਉੱਤੇ, ਉਹ ਅਸੀਂ ਛੁਡਵਾ ਲਿਆ। ਤੇ ਫਿਰ ਇਹ ਰਿਲਾਈਜ਼ ਹੁੰਦਾ ਇੰਡੀਅਨ ਆਰਮੀ ਨੂੰ, ਡਿਫੈਂਸ ਮਿਨਿਸਟਰੀ ਨੂੰ, ਵੀ ਇੰਡੀਆ ਦਾ ਜਿਹੜਾ 에ਅਰ ਫੋਰਸ ਆ ਇਹਨੂੰ ਹੋਰ ਸਟਰੋਂਗ ਕਰਨ ਦੀ ਲੋੜ ਹੈ ਜੀ, ਤੇ ਸਾਨੂੰ ਜਹਾਜ਼ ਹੋਰ ਐਡ ਕਰਨੇ ਚਾਹੀਦੇ ਨੇ ਇਹਦੇ ਵਿੱਚ, ਲੜਾਕੂ ਜਹਾਜ਼ ਕਹਿ ਲਈਏ ਜਾਂ ਫਾਈਟਰ ਜੈਟਸ। ਤੇ 2001 ਦੇ ਵਿੱਚ 126 ਜਿਹੜੇ ਜੈਟ ਨੇ ਇਹ ਖਰੀਦਣ ਦੀ ਪ੍ਰਕਿਰਿਆ, ਪ੍ਰਕਿਰਿਆ ਨਹੀਂ ਮੀਨਸ ਪੁਰਨਾ ਫੁਰਦਾ ਆ, ਪ੍ਰਕਿਰਿਆ ਤਾਂ ਬਹੁਤ ਲੰਮੀ ਚੌੜੀ ਪ੍ਰਕਿਰਿਆ ਹੈਗੀ ਹੈ ਜਹਾਜ਼ ਖਰੀਦਣ ਦੀ। ਹਾਲੇ ਤੱਕ ਤੁਸੀਂ ਲਾ ਲਓ ਕੋਈ ਸੱਜਣ ਚੈੱਕ ਕਰ ਸਕੇ 36 ਤੇ ਕੰਮ ਨਿਬੜਿਆ ਆ। 126 ਡਿਸਾਈਡ ਕੀਤੇ ਸੀ ਵਾਜਪੇਈ ਦੀ ਗਵਰਨਮੈਂਟ ਨੇ, ਕਾਂਗਰਸ ਨੇ ਵੀ 126 ਹੀ ਫਾਈਟਰ ਜੈਟ ਨੇ ਜਿਹੜੇ ਨੰਬਰ ਉਹੀ ਰੱਖਿਆ, ਪਰ ਮੋਦੀ ਸਾਹਿਬ ਨੇ ਆ ਕੇ ਨੰਬਰ 2014 ਚ ਜਦੋਂ ਆਏ ਨੇ 15 ਦੇ ਵਿੱਚ ਆ ਕੇ ਇਹਨਾਂ ਨੇ ਨੰਬਰ ਜਿਹੜੇ ਫਾਈਟਰ ਜੈਟ 100 ਸੀਗੇ 26 ਉਹ ਘਟਾ ਕੇ ਤੇ ਕਰ ਦਿੱਤੇ ਨੇ 36। ਠੀਕ ਹੈ ਜੀ। ਤੇ ਆਪਾਂ ਚਲੋ 2001 ਦੇ ਵਿੱਚ ਫੁਰਨਾ ਫੁਰਦਾ ਆ, ਤੇ ਇੱਕ ਟਰਮ ਹੁੰਦੀ ਆ ਜੀ ਡਿਫੈਂਸ ਪ੍ਰੋਕਿਉਰਮੈਂਟ ਪ੍ਰੋਸੈਸ, DPD, ਡਿਫੈਂਸ ਪ੍ਰੋਕਿਉਰਮੈਂਟ ਪ੍ਰੋਸੈਸ ਜਿਹੜੀ ਹੁੰਦੀ ਆ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ। ਤੇ ਇਹ ਜਿਹੜੀ ਪ੍ਰੋਸੈਸ ਹੈਗੀ ਆ 2005 ਤੱਕ ਡਿਸਾਈਡ ਕਰਦੀ ਹੈ, ਯਾਨੀ ਟੋਟਲ ਵੀ ਕਿਹੜੇ ਜੈਟਸ ਦੀ ਲੋੜ ਹੈਗੀ ਆ, ਉਹਦੀਆਂ ਕੀ ਕੀ ਰਿਕੁਆਇਰਮੈਂਟਸ ਹੋਣੀਆਂ ਚਾਹੀਦੀਆਂ ਨੇ, ਤੇ ਜਿਹੜੀ ਬਿਡਿੰਗ ਆ। ਠੀਕ ਹੈ। ਹੁਣ ਬਹੁਤ ਸਾਰੀਆਂ ਕੰਪਨੀਆਂ ਨੇ ਦੁਨੀਆ ਦੀਆਂ, ਫਰਾਂਸ ਦੀਆਂ ਨੇ, ਇਟਲੀ ਦੀਆਂ ਨੇ, ਇੰਗਲੈਂਡ ਦੀਆਂ ਨੇ, ਅਮਰੀਕਾ ਦੀਆਂ ਨੇ, ਜਿਹੜੀਆਂ ਫਾਈਟਰ ਜੈਟ ਬਣਾਉਂਦੀਆਂ ਨੇ ਜੀ। ਹੋਰ ਵੀ ਹੋਣਗੇ ਜਿਹੜੇ ਮੈਂ ਨਹੀਂ ਨਾਂ ਗਿਣਾਏ ਕੰਟਰੀ। ਠੀਕ ਹੈ ਜੀ। ਫਿਰ ਤੁਸੀਂ ਆਪਣੀਆਂ ਰਿਕੁਆਇਰਮੈਂਟਸ, ਜਿਵੇਂ ਆਪਾਂ ਟੈਂਡਰ ਬਿਡਿੰਗ ਹੁੰਦੀ ਆ ਪ੍ਰੋਸੈਸ, ਵੀ ਆਹ ਸਾਡੀ ਰਿਕੁਆਇਰਮੈਂਟ ਆ, ਆਹ ਸਾਨੂੰ ਜਹਾਜ਼ ਦੇ ਵਿੱਚ ਫਾਈਟਰ ਜੈਟ ਦੇ ਵਿੱਚ ਕੁਆਲਿਟੀਜ਼ ਚਾਹੀਦੀਆਂ ਹੈਗੀਆਂ ਨੇ। ਤੇ ਹੁਣ ਉਹ ਜਿਹੜੀਆਂ ਵੀ ਕੰਪਨੀਆਂ ਜਹਾਜ਼ ਬਣਾਉਂਦੀਆਂ ਨੇ ਉਹਨਾਂ ਦੇ ਕੋਲ ਇਹ ਟੈਂਡਰ ਗਿਆ ਜੀ, ਉਹਨਾਂ ਨੇ ਟੈਂਡਰ ਭਰੇ, ਮੀਨਸ ਉਹਨਾਂ ਨੇ ਟੈਂਡਰ ਭਰੇ ਹਾਂ ਵੀ ਅਸੀਂ ਜਹਾਜ਼ ਜਿਹੜੇ ਹੈਗੇ ਨੇ 126 ਜਿਹੜੇ ਜਹਾਜ਼ ਨੇ ਵੀ ਅਸੀਂ ਆਹ ਮੁੱਲ ਦੇ ਉੱਤੇ ਤੁਹਾਨੂੰ ਇੱਕ ਜਹਾਜ਼ ਦੇਵਾਂਗੇ ਜੀ। ਤੇ ਜਿਹੜੀ ਬਿਡਿੰਗ ਹੁੰਦੀ ਆ ਇਹ 2007 ਦੇ ਵਿੱਚ ਹੁੰਦੀ ਹੈ। 2001 ਦੇ ਵਿੱਚ ਆਈਡੀਆ ਯਾਨੀ ਫਲੋਟ ਹੁੰਦਾ ਆ ਵੀ ਆਪਾਂ 126 ਫਾਈਟਰ ਜੈਟ ਖਰੀਦਣੇ ਨੇ, ਤੇ ਜਿਹੜੀ ਬਿਡਿੰਗ ਉਹਦੀ ਸਟਾਰਟ ਹੁੰਦੀ ਆ 2007 ਦੇ ਵਿੱਚ। ਤੇ 2008 ਦੇ ਵਿੱਚ 6 ਕੰਪਨੀਆਂ ਅੱਗੇ ਆਉਂਦੀਆਂ ਨੇ, ਟੈਂਡਰ ਭਰਦੀਆਂ ਨੇ ਵੀ ਅਸੀਂ ਤਿਆਰ ਹੈਗੇ ਨਹੀਂ ਫਾਈਟਰ ਜੈਟ ਦੇਣ ਨੂੰ, ਜਿਹੜੀਆਂ ਵੀ ਤੁਹਾਡੀਆਂ ਰਿਕੁਆਇਰਮੈਂਟਸ ਨੇ ਅਸੀਂ ਪੂਰੀਆਂ ਕਰਦੇ ਹਾਂ, ਤੇ ਆਹ ਹੈਗਾ ਸਾਡਾ ਰੇਟ। ਠੀਕ ਹੈ ਜੀ। ਇਸ ਭਾਅ ਦੇ ਉੱਤੇ ਤੁਹਾਨੂੰ ਦੇਵਾਂਗੇ, ਥੋਕ ਦੇ ਭਾਅ ਦੇ ਉੱਤੇ, ਡਿਸਕਾਊਂਟ ਦੇ ਉੱਤੇ ਦੇਵਾਂਗੇ ਜਹਾਜ਼, ਕਿਉਂਕਿ 126 ਲੈਣੇ ਨੇ। ਸੋ ਅਪ੍ਰੈਲ 2008 ਦੇ ਵਿੱਚ ਟੈਂਡਰ 6 ਕੰਪਨੀਆਂ ਭਰਦੀਆਂ ਨੇ। ਟੈਂਡਰ ਖੁੱਲ੍ਹਦੇ ਕਦੋਂ ਨੇ? ਆਪਣੇ ਮਨਮੋਹਨ ਸਿੰਘ ਦੀ ਸਰਕਾਰ ਕਿੰਨੀ ਕੁ ਲੇਜ਼ੀ ਹੋਊਗੀ ਇਹਦੇ ਉੱਤੇ, ਕਿੰਨੀ ਕੁ ਲੇਜ਼ੀ ਹੋਊਗੀ। ਤੁਸੀਂ ਇਹ ਲਾ ਲਓ ਵੀ 2007 ਦੇ ਵਿੱਚ 8 ਦੇ ਵਿੱਚ ਟੈਂਡਰ ਕੰਪਨੀਆਂ ਭਰਦੀਆਂ ਨੇ, ਤੇ 2011 ਚ ਟੈਂਡਰ ਖੁੱਲਦਾ ਜੀ ਇਹ 2011 ਦੇ ਵਿੱਚ 3 ਸਾਲ ਉਹ ਟੈਂਡਰ ਭਰੇ ਹੋਏ, ਪਤਾ ਨਹੀਂ ਕੀ ਆਪਣਾ ਉਹਦੀ ਧੂਫ ਬੱਤੀ ਕਰਦੇ ਰਹੇ ਮਨਮੋਹਨ ਸਿੰਘ ਹੋਣੀ, ਡਿਫੈਂਸ ਮਿਨਿਸਟਰ AK ਐਂਥਨੀ ਸੀ ਮੇਰਾ ਖਿਆਲ, ਉਹਦਾ ਨਾਂ ਸੀ ਐਂਥਨੀ ਸੀ ਜਾਂ ਡਿਫੈਂਸ ਮਿਨਿਸਟਰ, ਯਾਨੀ 3 ਸਾਲ ਉਹ ਧੂਫ ਬੱਤੀ ਕਰਦਾ ਰਿਹਾ। ਪਹਿਲਾਂ ਤਾਂ ਉਹ 7 ਸਾਲ ਲਾਤੇ ਇਹਨਾਂ ਨੇ ਬਿਡਿੰਗ ਸਟਾਰਟ ਕਰਨ ਵਾਸਤੇ। ਠੀਕ ਹੈ ਜੀ। ਤੇ 7 ਦੇ ਵਿੱਚ ਇਹਨਾਂ ਨੇ ਬਿਡਿੰਗ ਸਟਾਰਟ ਕੀਤੀ, ਇਹਨਾਂ ਨੂੰ 1 ਸਾਲ ਤੋਂ ਘੱਟ ਟਾਈਮ ਦੇ ਵਿੱਚ 6 ਕੰਪਨੀਆਂ ਨੇ ਰਿਸਪੌਂਸ ਦੇਤਾ, ਯਾਨੀ ਜਿਨ੍ਹਾਂ ਨੇ ਸੌਦਾ ਵੇਚਣਾ ਆ ਉਹਨਾਂ ਨੇ ਦੇਖੋ ਕਿੰਨੀ 6 ਕੰਪਨੀਆਂ ਫਾਰਵਰਡ ਆ ਗਈਆਂ ਰਾਈਟ ਵੇ, ਯਾਨੀ ਕਿ ਆਪਣੇ ਪ੍ਰਪੋਜ਼ਲ ਲੈ ਕੇ ਅੱਗੇ ਆ ਗਈਆਂ ਵੀ ਇਸ ਭਾਅ ਦੇ ਵਿੱਚ ਦੇਵਾਂਗੇ। ਪਰ ਸਾਡੇ ਵਾਲਿਆਂ ਨੇ ਉਹ 3 ਸਾਲ ਟੈਂਡਰ ਬੰਦ ਰੱਖੇ ਜੀ, ਫਿਰ ਖੋਲੇ ਹੀ ਨਹੀਂ ਗਏ। 2011 ਚ ਟੈਂਡਰ ਖੁੱਲਦਾ ਆ, ਤੇ ਜਿਹੜੀ ਆ ਦੱਸੋ ਸਪੈਲਿੰਗ ਉਹਦੇ ਡਿਫਰੈਂਟ ਨੇ, ਮੈਂ ਲੈ ਕੇ ਆਉਣਾ ਸਕਰੀਨ ਤੇ।
ਜਿਹੜੀ ਆ ਫਰਾਂਸ ਵਾਲੀ ਕੰਪਨੀ ਆ ਰਫੇਲ ਬਣਾਉਂਦੀ ਹੈ, ਜਿਹੜੀ ਕੰਪਨੀ ਦਾ ਨਾਮ ਹੈਗਾ ਆ ਇੱਕ ਮਿੰਟ ਮੈਨੂੰ ਦਿਓ, ਦਸੌਲਟ, ਉਹਦਾ ਸਪੈਲਿੰਗ ਹੋਰ ਨੇ, ਦਸੌਲਟ ਬਣਦਾ, ਬੋਲਦੇ ਇਹਨੂੰ ਆ ਟੀ ਦਸੌ ਬੋਲਦੇ ਆ, ਜਾਨੀ ਫ੍ਰੈਂਚ ਇਹਦੀ ਪ੍ਰੋਨਾਂਸੀਏਸ਼ਨ ਹੈਗੀ ਹੈ ਜੀ, ਜਿਹੜੀ ਤੁਹਾਡੀ ਦਸੌਲਟ ਪ੍ਰੋਨਾਂਸੀਏਸ਼ਨ, ਇਹ ਵੀ ਆਪਾਂ ਸੁਣ ਵੀ ਲਈਏ ਪ੍ਰੋਨਾਂਸੀਏਸ਼ਨ ਕੀ ਹੈ। ਬੋਲ ਭਾਈ। Dassault. ਦਸੌ ਬੋਲਣਾ ਇਹਨੂੰ, ਸਪੈਲਿੰਗ ਹੈਗੇ ਨੇ DASS ਸੌਲਟ SAULT ਦਾਸ ਸੌਲਟ, ਦਸੌ ਬੋਲਣਾ ਇਹਨੂੰ ਜੀ, ਦਸੌ, Dassault. ਸੱਸਾ ਵੀ ਨਹੀਂ ਬੋਲਣਾ, ਦਸੌ। ਇਹ ਕੰਪਨੀ ਹੈ ਜੀ, ਇਹਨੇ ਜਦੋਂ ਟੈਂਡਰ ਖੋਲੇ ਇਹਨਾਂ ਨੇ 2011 ਦੇ ਵਿੱਚ, ਤਾਂ ਇਸ ਕੰਪਨੀ ਨੇ ਲਗਭਗ 715 ਕਰੋੜ 700 ਦੇ ਕਰੋੜ ਸਵਾ 700 ਕਰੋੜ ਦੀ ਕੀਮਤ ਸੀਗੀ ਜੀ ਜਹਾਜ਼ ਦੀ, ਠੀਕ ਹੈ ਜੀ, ਤੇ ਸਵਾ 700 ਕਰੋੜ ਦੀ ਕੀਮਤ ਸੀਗੀ। ਤੇ ਉਸ ਵੇਲੇ ਇੱਕ ਐਲੀਗੇਸ਼ਨ ਲੱਗ ਜਾਂਦੀ ਹੈ ਬੰਦੇ ਦੇ ਉੱਤੇ, ਉਹਨਾਂ ਦਿਨਾਂ ਦੇ ਵਿੱਚ ਇੱਕ ਐਲੀਗੇਸ਼ਨ ਲੱਗ ਜਾਂਦੀ ਆ, ਕਿਉਂਕਿ ਇੱਕ ਅਗਸਤਾ ਵੈਸਟਲੈਂਡ ਵੀ ਡੀਲ ਸੀਗੀ, ਉਹਦੇ ਵਿੱਚ ਵੀ ਰੌਲਾ ਪੈਂਦਾ ਆ, ਆਪਣੇ ਮਨਮੋਹਨ ਸਿੰਘ ਦੇ ਵੇਲੇ ਦੀ ਹੀ ਵੀ, ਉਹਦੇ ਵਿੱਚ ਉਹ ਜਿਹੜਾ ਇੱਕ ਬੰਦਾ ਸੀਗਾ ਸੁਸ਼ੇਨ ਗੁਪਤਾ ਜੀ ਨੇ, ਕੋਈ ਸੁਸ਼ੇਨ ਗੁਪਤਾ ਜੀ, ਉਹਨਾਂ ਦਾ ਰੌਲਾ ਉਹਦੇ ਵਿੱਚ ਪੈ ਜਾਂਦਾ ਹੈਗਾ ਆ, ਯਾਨੀ ਕਿ ਅਗਸਤਾ ਵੈਸਟਲੈਂਡ ਦੇ ਵਿੱਚ ਉਹ ਵੀ ਬੰਦਾ ਇਹਦੇ ਵਿੱਚ ਵੀ ਇਨਵੋਲਵ ਹੁੰਦਾ ਇਸੇ ਆਪਣੇ ਪ੍ਰੋਕਿਉਰਮੈਂਟ ਦੇ ਵਿੱਚ, ਜਿਹੜੀ ਦਸੌ ਆ, ਠੀਕ ਹੈ ਜੀ। ਤੇ ਇਹ ਯਾਨੀ ਕਿ ਮਨਮੋਹਨ ਸਿੰਘ ਦਾ ਰੌਲਾ ਪੈਂਦਾ ਵੀ ਇਹ ਉਹ ਬੰਦੇ ਨੇ ਘਪਲਾ ਵਗੈਰਾ ਕੀਤਾ ਹੈਗਾ ਆ, ਯਾਨੀ ਸਮਹਾਉ ਇਹ ਜਹਾਜ਼ ਜਦੋਂ 715 ਕਰੋੜ ਦਾ ਉਹਨੇ ਟੈਂਡਰ ਭਰਤਾ ਤੁਹਾਨੂੰ ਕਿਸੇ ਵੀ ਕੰਪਨੀ ਨੇ, ਸਭ ਤੋਂ ਸਸਤਾ 715 ਕਰੋੜ ਦੇ ਕਰੀਬ ਸੀਗਾ, ਠੀਕ ਹੈ ਜੀ। ਤੇ ਇਹ ਉਸੇ ਵੇਲੇ ਮਨਮੋਹਨ ਸਿੰਘ ਉਹਨਾਂ ਨੂੰ ਜਦੋਂ 2011 ਦੇ ਵਿੱਚ ਖੋਲੇ ਨੇ ਇਹ ਟੈਂਡਰ, ਤਾਂ ਉਹਨਾਂ ਨੂੰ ਇਹ ਪਰਚੇਸ ਕਰਨੇ ਚਾਹੀਦੇ ਸੀ, 11 ਤੋਂ ਲੈ ਕੇ 14 ਤੱਕ 3 ਸਾਲ ਦਾ ਸਮਾਂ ਸੀਗਾ, ਪਰ ਮਨਮੋਹਨ ਸਿੰਘ ਜੀ ਉਹਨੀ ਢਿੱਲੇ ਪੈ ਰਹੇ ਜੀ, ਪਰ ਨਹੀਂ ਖਰੀਦਦੇ, ਰੌਲਾ ਪੈਂਦਾ, ਕਰਪਸ਼ਨ ਦੀ ਤੁਹਾਡੇ ਐਲੀਗੇਸ਼ਨਸ ਲੱਗਦੇ ਨੇ, ਤੇ ਉਹਦੇ ਚੱਕਰ ਦੇ ਵਿੱਚ ਉਹ ਨਹੀਂ ਖਰੀਦਦੇ ਹੈਗੇ ਜੀ ਜਹਾਜ਼, ਮੁੜ ਕੇ ਆ ਜਾਂਦੇ ਨੇ ਆਪਣੇ ਮੋਦੀ ਜੀ, ਜਨਾਬ ਨਾ ਖਾਊਂਗਾ ਨਾ ਖਾਣੇ ਦੂੰਗਾ, ਠੀਕ ਹੈ ਜੀ, ਪਰ ਜਿਹੜਾ ਖਿਲਾਊਂਗਾ ਜ਼ਰੂਰ, ਯਾਨੀ ਦੋ ਖਾਸ ਘਰਾਣਿਆਂ ਨੂੰ, ਅੰਬਾਨੀ ਨੂੰ ਤੇ ਅਡਾਨੀ ਨੂੰ। ਹੁਣ ਮੋਦੀ ਸਾਹਿਬ ਕੀ ਕਰਦੇ ਨੇ, ਇਹ ਫਰਾਂਸ ਜਾਂਦੇ ਨੇ 2015 ਦੇ ਵਿੱਚ, ਫਰਵਰੀ ਮਾਰਚ ਅਪ੍ਰੈਲ, ਇਹ ਬੜੇ ਇੰਪੋਰਟੈਂਟ 3 ਮਹੀਨੇ ਹੈਗੇ ਨੇ ਇਸ ਡੀਲ ਦੇ ਰਿਗਾਰਡਿੰਗ। ਮੋਦੀ ਸਾਹਿਬ ਉੱਥੇ ਜਾਂਦੇ ਵੀ ਨੇ, ਅੰਬਾਨੀ ਨੂੰ ਵੀ ਨਾਲ ਲੈ ਕੇ ਜਾਂਦੇ ਨੇ, ਛੋਟੇ ਅੰਬਾਨੀ ਨੂੰ, ਅਨਿਲ ਅੰਬਾਨੀ ਨੂੰ। ਹੁਣ ਜਿਹੜੀ ਓਰੀਜਨਲ ਡੀਲ ਸੀਗੀ, ਜਿਹੜਾ ਪੁਆਇੰਟ ਟੂ ਵੀ ਨੋਟਡ ਆ, ਓਰੀਜਨਲ ਡੀਲ 126 ਜਹਾਜ਼ਾਂ ਦੀ ਸੀਗੀ, ਠੀਕ ਹੈ ਜੀ, ਦਸੌ ਕੰਪਨੀ ਨੇ ਇੰਡੀਆ ਨੂੰ ਵੇਚਣੇ ਸੀਗੇ। 126 ਦੇ ਵਿੱਚੋਂ ਜਿਹੜੇ 18 ਜਹਾਜ਼ ਸੀਗੇ ਉਹ ਹੋਣੇ ਸੀ ਮੇਡ ਇਨ ਫਰਾਂਸ, ਜਿਹੜੀ ਜਿੱਥੋਂ ਦੇ ਉਹ ਜਿਹੜੀ ਕੰਪਨੀ ਨੇ ਆਪਣੇ ਮੁਲਕ 'ਚ ਬਣਾ ਕੇ ਭੇਜਣੇ ਸੀ। 126 ਚੋਂ 18 ਘਟਾ ਲਓ, ਹੁਣ ਬਚੇ 108 ਜਹਾਜ਼ ਇੰਡੀਆ 'ਚ ਆ ਕੇ ਬਣਨੇ ਸੀ, ਜਾਨੀ ਫਰਾਂਸ ਨੇ ਉਹ ਜਿਹੜੀ ਟੈਕਨੋਲੋਜੀ ਆ ਜਹਾਜ਼ ਬਣਾਉਣ ਵਾਲੀ, ਫਾਈਟਰ ਜੈਟ ਬਣਾਉਣ ਵਾਲੀ, ਉਹ ਇੰਡੀਆ ਨੂੰ ਟ੍ਰਾਂਸਫਰ ਕਰਨੀ ਸੀ। 108 ਜਹਾਜ਼ ਇੰਡੀਆ 'ਚ ਬਣਨੇ ਸੀਗੇ, 18 ਉਹਨਾਂ ਨੇ ਰੈਡੀਮੇਡ ਉੱਥੇ ਬਣਾ ਕੇ ਭੇਜਣੇ ਸੀ ਇੰਡੀਆ ਨੂੰ। ਤੇ ਜਿਹੜੀ ਇੰਡੀਆ ਨੇ ਟੇਕ ਓਵਰ ਕਰਨਾ ਸੀਗਾ, ਇੰਡੀਆ ਵਾਲੇ ਪਾਸਿਓਂ, ਕਿਉਂਕਿ ਇੰਡੀਆ ਕਿਹਨੇ ਬਣਾਉਣੇ ਸੀਗੇ, ਇੰਡੀਆ ਦਾ ਹੀ ਸਰਕਾਰੀ ਅਦਾਰਾ ਹੈਗਾ ਹਿੰਦੁਸਤਾਨ ਏਰੋਨੌਟੀਕਲ ਲਿਮਿਟਿਡ, HAL ਕਹਿੰਦੇ ਆ ਜੀ, ਉਹ ਮਿਗ ਜਹਾਜ਼ ਵਗੈਰਾ ਉਹ ਬਣਾਉਂਦੇ ਨੇ, ਠੀਕ ਹੈ, ਉਹ ਜਹਾਜ਼ਾਂ ਦੀ ਬਣਾਉਣ ਦਾ ਹੀ ਕੰਮ ਹੈਗਾ, ਹਿੰਦੁਸਤਾਨ ਏਰੋਨੌਟੀਕਲ ਲਿਮਿਟਿਡ ਸਰਕਾਰੀ ਅਦਾਰਾ ਆ, ਉਹਨੇ ਟੇਕ ਓਵਰ ਕਰਨਾ ਸੀਗਾ ਇਹ ਡੀਲ, ਜਿਹੜਾ ਜਹਾਜ਼ਾਂ ਦਾ ਰੱਖ ਰਖਾਵ ਵੀ ਹੈਗਾ ਆ, ਮੇਨਟੇਨੈਂਸ ਉਹਨਾਂ ਦੀ, ਤੇ ਮੈਨੂਫੈਕਚਰਿੰਗ ਵੀ 108 ਜਹਾਜ਼ਾਂ ਦੀ ਉਹਨੇ ਕਰਨੀ ਸੀਗੀ। ਮੋਦੀ ਸਾਹਿਬ ਕੀ ਕਰਦੇ ਨੇ, ਇਹ ਆ ਕੇ 126 ਤੋਂ ਘਟਾ ਕੇ ਜਹਾਜ਼ ਕਰ ਦਿੰਦੇ ਨੇ 36, ਤੇ 36 ਦੇ 36 ਹੀ ਬਣਨੇ ਨੇ ਫਰਾਂਸ ਦੇ ਵਿੱਚ। ਕਮਾਲ ਦੇਖੋ ਤੁਸੀਂ ਇਸ ਬੰਦੇ ਦੀ, ਰੌਲਾ ਖੱਪ ਪਾਈ ਆ ਆਪਣੇ ਅੰਧ ਭਗਤਾਂ ਨੂੰ ਮੋਦੀ ਨੇ, ਮੇਕ ਇਨ ਇੰਡੀਆ, ਮੇਡ ਇਨ ਇੰਡੀਆ, ਮੇਕ ਇਨ ਇੰਡੀਆ ਕਹਿ ਲਈਏ, ਮੇਡ ਤਾਂ ਇਹ ਆ ਨਾ ਵੀ ਬਣ ਗਿਆ, ਬਣੇ ਸ਼ਿਕੂ ਬਣਦਾ ਮੇਕ ਇਨ ਇੰਡੀਆ ਦੇ ਨਾਂ ਦੇ। ਮੈਂ ਤਾਂ ਇੱਥੇ ਕੈਨੇਡਾ ਰਹਿਣਾ, ਅੱਜ ਤੱਕ ਮੈਨੂੰ 1-2 ਟੀ-ਸ਼ਰਟਾਂ ਤੋਂ ਇਲਾਵਾ ਕੁਝ ਵੀ ਨਹੀਂ ਲੱਭਿਆ ਜੀ ਮੇਡ ਇਨ ਇੰਡੀਆ। ਸਾਰਾ ਕੁਝ ਜਾਣੀ 90% ਤੁਸੀਂ ਇਲੈਕਟ੍ਰੋਨਿਕਸ ਲੈ ਲਓ, ਫਰਨੀਚਰ ਲੈ ਲਓ, ਖਾਣ ਪੀਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਬਹੁਤੀਆਂ ਚੀਜ਼ਾਂ ਮੇਡ ਇਨ ਚਾਈਨਾ ਨੇ। ਕੱਪੜਾ ਲੱਤਾ ਮੇਡ ਇਨ ਕੰਬੋਡੀਆ, ਮੇਡ ਇਨ ਬੰਗਲਾਦੇਸ਼, ਮੇਡ ਇਨ ਥਾਈਲੈਂਡ ਨੀਗਾ, 1-2 ਇੱਧਰਲੀ ਕੰਟਰੀ ਨੇ ਇਹਨਾਂ ਦੇ ਨਾਲ ਹੀ, ਇਹ ਕੰਟਰੀਆਂ ਦੇ। ਮੈਂ ਕਹਿੰਦਾ ਮੈਨੂੰ ਮੇਡ ਇਨ ਪਾਕਿਸਤਾਨ ਵੀ ਇੱਕ ਚੀਜ਼ ਲੱਭ ਗਈ ਆਪਣੀ ਲੈਬ ਦੇ ਵਿੱਚ, ਜਿਹੜੀ ਲੈਬ 'ਚ ਮੈਂ ਕੰਮ ਕਰਦਾ ਹਾਂ, ਮੈਨੂੰ ਬੜੀ ਸ਼ਰਮ ਆਈ ਉਦੋਂ। ਉਹ ਸੀਗੀ ਕਿ ਉਹ ਫੋਰਸੈਪ ਹੁੰਦੇ ਨੇ, ਜਿਵੇਂ ਚਿਮਟੇ ਹੁੰਦੇ ਆ ਨਾ, ਚਿਮਟਾ ਟਾਈਪ, ਜਿਵੇਂ ਰੋਟੀ ਸਲਣ ਵਾਲੇ ਚਿਮਟੇ,
ਉਹਨੂੰ ਮੈਡੀਕਲ ਲਾਈਨ ਦੇ ਵਿੱਚ ਬੋਲ ਦਿੰਦੇ ਨੇ ਫੋਰਸੈਪਸ। ਉਹ ਘੱਟੋ ਘੱਟ ਨਹੀਂ ਤਾਂ 1 ਫੁੱਟ ਲੰਬੇ ਫੋਰਸੈਪਸ ਹੋਣੇ ਨੇ ਸਟੀਲ ਦੇ, ਜਿਹੜੇ ਅਸੀਂ ਯੂਜ਼ ਕਰਦੇ ਹਾਂ ਸੈਂਪਲ ਟ੍ਰਾਂਸਫਰ ਕਰਨ ਵਾਸਤੇ। ਆਟੋਕਲੇਵ ਕਰਦੇ ਆ ਉਹਨਾਂ ਨੂੰ, ਯਾਨੀ ਸਟਰਲਾਈਜ਼ ਕਰਦੇ ਆ ਆਟੋਕਲੇਵ ਦੇ ਵਿੱਚ ਗਰਮ ਕਰਕੇ ਉਹਨਾਂ ਨੂੰ। ਉਹ ਵਾਵਾ ਦੇਰ ਦੇ ਵਰਤਦੇ ਸੀਗੇ ਅਸੀਂ। ਮੈਂ ਇੱਕ ਦਿਨ ਧਿਆਨ ਨਾਲ ਦੇਖਣ ਬਹਿ ਗਿਆ ਉਹਨੂੰ ਵੀ ਇਹ ਵੀ ਹੈ, ਦੇਖੀਏ ਤਾਂ ਅਸੀਂ ਬਣਿਆ ਕਿੱਥੇ ਹੋਇਆ। ਉਹਦੇ ਤੇ ਲਿਖਿਆ ਜੀ ਮੇਡ ਇਨ ਪਾਕਿਸਤਾਨ। ਮੈਂ ਕਿਹਾ ਕਿਆ ਬਾਤ ਹੈ। ਔਰ ਦੇਖਿਆ ਵੀ, ਹਾਲਾਂਕਿ ਉਸ ਪ੍ਰੋਜੈਕਟ ਦੇ ਉੱਤੇ ਮੈਂ 2008 ਤੋਂ ਲਗਾਤਾਰ ਕੰਮ ਕਰਦਾ ਆ ਰਿਹਾ। 2008 ਤੋਂ ਲੈ ਕੇ 2017 ਤੱਕ ਉਹ ਪ੍ਰੋਜੈਕਟ ਦੇ ਉੱਤੇ ਮੈਂ ਕੰਮ ਕੀਤਾ, ਜਿੱਥੇ ਉਹ ਲੰਬੇ ਫੋਰਸੈਪਸ ਅਸੀਂ ਵਰਤਦੇ ਸੀਗੇ। ਤੇ ਦੇਖਿਆ ਮੈਂ ਕੁਦਰਤੀ ਮੋਦੀ ਦੇ ਆਉਣ ਤੋਂ ਬਾਅਦ, ਤੇ ਮੈਨੂੰ ਬੜੀ ਉਹ ਸ਼ਰਮ ਆਈ ਵੀ ਇਹ ਮੇਡ ਇਨ ਪਾਕਿਸਤਾਨ ਦੀ ਵੀ ਚੀਜ਼ ਲੱਭ ਗਈ ਹੈ ਕੈਨੇਡਾ ਦੇ ਵਿੱਚ, ਤੇ ਸਾਡਾ ਮੋਦੀ ਸਾਹਿਬ ਦਾ ਮੇਕ ਇਨ ਇੰਡੀਆ ਕਿੱਥੇ ਆ? ਮੇਕ ਇਨ ਇੰਡੀਆ ਕਿੱਥੇ ਆ? ਠੀਕ ਹੈ ਜੀ। ਸੋ ਮੇਰੇ ਵਾਸਤੇ ਇਹ ਕਿਸਮ ਦਾ ਸੈਟਬੈਕ ਜਿਹਾ ਹੀ ਸੀਗਾ ਇਹ। ਤੇ ਆਪਾਂ ਆਈਏ ਵਾਪਸ ਹੁਣ ਮੇਕ ਇਨ ਇੰਡੀਆ। ਮੋਦੀ ਦਾ ਜਿਹੜਾ ਜੁਮਲਾ ਆ ਮੇਕ ਇਨ ਇੰਡੀਆ ਦਾ, ਉਹ ਜੁਮਲਾ ਹੁਣ ਇਹ ਦੇਖੋ, ਬੰਦਾ 126 ਜਹਾਜ਼ ਤੋਂ 36 ਕਰ ਦਿੰਦਾ ਆ। ਸਾਰੇ ਦੇ ਸਾਰੇ ਜਿਹੜਾ ਮੇਕ ਇਨ ਇੰਡੀਆ ਵਾਲਾ ਕੰਮ ਸੀਗਾ ਉਹ ਵੀ ਬੰਦ ਕਰ ਦਿੰਦਾ ਆ। ਜਦੋਂ ਤੁਸੀਂ ਦੇਖੋ ਜਹਾਜ਼ ਜਿਹੜੇ ਟੈਕਨੋਲੋਜੀ ਟ੍ਰਾਂਸਫਰ ਕਰਨੀ ਸੀ ਇੰਡੀਆ ਨੂੰ, 715 ਕਰੋੜ ਦਾ ਜਹਾਜ਼ ਦੇਣਾ ਸੀਗਾ ਇੱਕ, ਠੀਕ ਹੈ ਜੀ। ਹੁਣ ਉਹਦੇ 'ਚ ਉਹਨਾਂ ਨੇ ਭਾਅ ਵੱਧ ਲਾਇਆ ਹੋਊਗਾ, ਕਿਉਂਕਿ ਵੀ ਅਸੀਂ ਟੈਕਨੋਲੋਜੀ ਵੀ ਟ੍ਰਾਂਸਫਰ ਕਰਨੀ ਹੈ ਤੁਹਾਨੂੰ, ਇਸ ਕਰਕੇ ਅਸੀਂ ਵੱਧ ਭਾਅ ਤੁਹਾਨੂੰ 715 ਕਰੋੜ। ਮੋਦੀ ਕੀ ਕਰਦਾ ਆ, ਇਹ 126 ਤੋਂ ਘਟਾ ਕੇ ਕਰ ਦਿੰਦਾ 36। ਠੀਕ ਹੈ ਜੀ। ਟੈਕਨੋਲੋਜੀ ਟ੍ਰਾਂਸਫਰ ਨਹੀਂ ਹੋਣੀ, ਸਾਰੇ ਦੇ ਸਾਰੇ ਉੱਥੇ ਬਣ ਕੇ ਆਉਣੇ ਨੇ। ਤਾਂ ਇਹਦੇ ਵਿੱਚ ਭਾਅ ਉਹਦਾ ਘਟਣਾ ਚਾਹੀਦਾ ਸੀਗਾ ਜਦੋਂ ਟੈਕਨੋਲੋਜੀ ਟ੍ਰਾਂਸਫਰ ਨਹੀਂ ਹੋਣੀ। ਪਰ ਹੋਇਆ ਕੀ, 715 ਕਰੋੜ ਦਾ ਜਹਾਜ਼ ਆ ਤੇ 1600 ਕਰੋੜ ਤੋਂ ਉੱਤੇ ਦਾ ਪ੍ਰਾਈਸ ਕਰਤਾ ਜੀ ਇਹਨੇ, ਮੋਦੀ ਨੇ। 715 ਕਰੋੜ ਦਾ ਜਹਾਜ਼ ਡਬਲ ਪ੍ਰਾਈਸ ਤੋਂ 2.5 ਗੁਣਾ ਪ੍ਰਾਈਸ ਹੋ ਗਿਆ ਉਹਦਾ, ਕਹਿ ਲਓ ਤੁਸੀਂ, ਡਬਲ ਤਾਂ ਹੋ ਹੀ ਗਿਆ। 715 ਦੂਣਾ ਤੁਸੀਂ ਲਾ ਲਓ 1450 ਲਾ ਲਓ, 1430 1450, ਯਾਨੀ ਕਿ 2.5 ਗੁਣਾ 1.25 ਗੁਣਾ ਪ੍ਰਾਈਸ ਉਹਦਾ ਵੱਧ ਗਿਆ ਹੋਇਆ ਹੈ। ਟੈਕਨੋਲੋਜੀ ਟ੍ਰਾਂਸਫਰ ਨਹੀਂ ਹੋਣੀ। ਤੇ ਮੋਰ ਇੰਪੋਰਟੈਂਟਲੀ ਸਭ ਤੋਂ ਵੱਡਾ ਘਪਲਾ ਜਿੱਥੋਂ ਸਿੱਧਾ ਹੀ ਉਜਾਗਰ ਹੋ ਜਾਂਦਾ ਹੈ, ਇਸ ਵੇਲੇ ਇਨਵੈਸਟੀਗੇਸ਼ਨ ਫਰਾਂਸ ਚੱਲ ਰਹੀ ਆ, ਮੋਦੀ ਬੇਸ਼ਰਮ ਹੋ ਕੇ ਚੁੱਪ ਬੈਠਾ ਹੈ ਇਹਦੇ ਤੇ। ਸਭ ਤੋਂ ਵੱਡਾ ਘਪਲਾ ਇਹ ਹੈਗਾ ਆ, ਜਿਹੜੀ HAL ਅਦਾਰਾ ਸੀਗਾ, ਹਿੰਦੁਸਤਾਨ ਐਰੋਨੌਟਿਕਲ ਲਿਮਿਟਡ, ਸਰਕਾਰੀ ਅਦਾਰਾ, ਜਿਹਦਾ ਐਕਸਪੀਰੀਅੰਸ ਹੈ ਜਹਾਜ਼ ਬਣਾਉਣ ਦਾ। ਕਮੀਆਂ ਉਹ 'ਚ ਹੈਗੀਆਂ ਨੇ, ਕਿਉਂਕਿ ਉਹਦੇ 'ਚ ਕੋਈ ਫੰਡਿੰਗ ਖਾਸ ਨਹੀਂ ਹੈਗੀ। ਉਹ ਮਿਗ ਵਗੈਰਾ ਬਣਾਉਂਦੇ ਨੇ ਤੇ ਡਿੱਗਦੇ ਵੀ ਨੇ ਮਿਗ, ਉਹ 'ਚ ਕਮੀਆਂ ਹੈਗੀਆਂ ਨੇ। ਬਟ ਮੋਦੀ ਕੀ ਕਰਦਾ ਆ, ਮੋਦੀ HAL ਨੂੰ ਬਦਲ ਦਿੰਦਾ ਆ ਅੰਬਾਨੀ ਦੇ ਨਾਲ। ਅੰਬਾਨੀ ਕੰਪਨੀ ਬਣਾਉਂਦਾ ਥੋੜੇ ਜਿਹੇ ਦਿਨ ਪਹਿਲਾਂ, ਗਿਣਤੀਆਂ ਦੇ ਦਿਨ ਨੇ, ਮਹੀਨਿਆਂ ਦੇ ਵਿੱਚ ਲਾ ਲਓ ਤੁਸੀਂ। 2015 ਦੇ ਵਿੱਚ ਜਿਹੜਾ ਅੰਬਾਨੀ ਆ, ਇਹ ਮੋਦੀ ਰਿਪਲੇਸ ਕਰਵਾ ਦਿੰਦਾ ਵੀ HAL ਨਹੀਂ ਟੇਕ ਓਵਰ ਕਰੂਗਾ ਇਹਨੂੰ। ਇੰਡੀਆ ਦੀ ਜਿਹੜੀ ਇੰਡੀਆ ਵੱਲੋਂ ਜਿਹੜਾ ਟੇਕ ਓਵਰ ਕਰਨਾ ਇਸ ਡੀਲ ਨੂੰ, ਉਹਨੇ ਛੋਟਾ ਅੰਬਾਨੀ, ਬੈਂਕਰਪਟ ਅੰਬਾਨੀ ਆ, ਉਹ ਵੱਡਾ ਹੈਗਾ ਅਰਬਾਂ ਖਰਬਾਂ ਪਤੀ, ਉਹ ਤਰੱਕੀ ਕਰ ਗਿਆ, ਵੱਡਾ ਮੁੰਡਾ ਜਿਹੜਾ ਮੁਕੇਸ਼ ਅੰਬਾਨੀ ਹੈ। ਅਨਿਲ ਅੰਬਾਨੀ ਹੈਗਾ ਬੈਂਕਰਪਟ ਬੰਦਾ, ਫੇਲ ਹੋ ਗਿਆ ਬਿਜ਼ਨਸ ਉਹਦਾ ਬੁਰੀ ਤਰ੍ਹਾਂ, ਸਾਰੇ ਪਾਸੇ ਰਿਲਾਇੰਸ ਵਾਲਾ। ਠੀਕ ਹੈ ਜੀ। ਮੋਦੀ ਉਸ ਬੰਦੇ ਨੂੰ ਰਿਪਲੇਸ ਕਰ ਰਿਹਾ HAL ਦੇ ਨਾਲ। ਤੁਸੀਂ ਇਹ ਹਿਸਾਬ ਲਾ ਲਓ ਬਈ, ਵੱਡਾ ਅੰਬਾਨੀ ਨੂੰ ਮੌਜਾਂ ਲੱਗੀਆਂ ਨੇ, ਇੱਕ ਅਡਾਨੀ ਮੋਦੀ ਨੇ ਹੋਰ ਤਿਆਰ ਕਰਤਾ ਅੰਬਾਨੀਆਂ ਦੇ ਬਰਾਬਰ 2001 ਤੋਂ ਲੈ ਕੇ ਹੁਣ ਤੱਕ। ਆ ਜਿਹੜਾ ਛੋਟਾ ਬੈਂਕਰਪਟ ਅੰਬਾਨੀ ਹੈ, ਇਹਨੂੰ ਵੀ ਅਰਬਾਂ ਖਰਬਾਂ ਪਤੀ ਬਣਾਉਣ ਦਾ ਪੂਰਾ ਪਲਾਨ ਸੀ ਇਹਦਾ, ਮੋਦੀ ਦਾ। ਵੀ ਜਿਹੜੇ ਬੰਦੇ ਨੇ ਅੱਜ ਤੱਕ ਸਾਈਕਲ ਨਹੀਂ ਬਣਾਇਆ, ਸਾਈਕਲ ਸਕੂਟਰ ਨਹੀਂ ਬਣਾਇਆ, ਮੋਪੜ ਲੂਨਾ ਨਹੀਂ ਬਣਾਈ, ਉਹ ਬੰਦਾ ਜਹਾਜ਼ ਦੀ ਕੰਪਨੀ ਟੇਕ ਓਵਰ ਕਰ ਰਿਹਾ ਜੀ, ਬੈਂਕਰਪਟ ਬੰਦਾ। ਤੇ ਇਹ ਐਡੇ ਬੇਸ਼ਰਮ ਜਾਣੀ ਮੋਦੀ ਭਗਤ। ਹੋਰ ਕੋਈ ਮੈਂ ਦੇਖ ਲਵਾਂ ਇਹਦੇ ਵਿੱਚ ਕੋਈ ਚੀਜ਼ ਰਿਪਲੇਸਿਸ HAL ਜਾਂ ਬਿਲਕੁਲ ਜੀ, ਉਹ ਅਨਿਲ ਅੰਬਾਨੀ ਨੂੰ ਰਿਪਲੇਸ ਕਰ ਦੇਣਾ ਆਪਣੇ ਆਪ 'ਚ ਹੀ ਬਹੁਤ ਵੱਡਾ ਸਵਾਲ ਹੈਗਾ ਜੀ। ਇਹ ਜਿਹੜਾ ਮੋਦੀ ਦਾ ਰਫੇਲ ਸਕੈਮ, ਤੇ ਹਾਂ ਜਿਹੜੀਆਂ 2-3 ਡਿਵੈਲਪਮੈਂਟਸ ਮੈਂ ਇਹਦੇ ਵਿੱਚ ਹੋਰ ਦੱਸ ਦਿਆਂ ਜੀ ਤੁਹਾਨੂੰ। ਡੀਲ ਤੁਹਾਡੀ ਰਹਿ ਜਾਂਦੀ ਆ 126 ਤੋਂ ਘਟ ਕੇ 36, ਪ੍ਰਾਈਸ ਹੋ ਜਾਂਦਾ ਡਬਲ। HAL ਜਿਹੜਾ ਸਰਕਾਰੀ ਅਦਾਰਾ ਜਹਾਜ਼ ਬਣਾਉਣ ਦਾ ਐਕਸਪਰਟ ਆ, ਚਲੋ ਮਾੜਾ ਹੈਗਾ, HAL ਦੇ ਵਿੱਚ ਕਮੀਆਂ ਹੈਗੀਆਂ ਨੇ ਹਿੰਦੁਸਤਾਨ ਐਰੋਨੌਟਿਕਲ ਲਿਮਿਟਡ ਦੇ ਵਿੱਚ, ਪਰ ਜੇ ਤਾਂ ਉਹ ਵਧੀਆ ਕਿਸੇ ਫਰਮ ਨੂੰ, ਪ੍ਰਾਈਵੇਟ ਨੂੰ ਦਿੰਦਾ ਜਿਹਦੇ ਕੋਲ ਤਜਰਬਾ ਆ ਪੂਰਾ, ਜਿਹੜੀ HAL ਨਾਲੋਂ ਵਧੀਆ ਹੋਵੇ, ਫਿਰ ਤਾਂ ਮੰਨ ਲਈਏ ਵੀ ਮੋਦੀ ਨੇ ਠੀਕ ਕੀਤਾ। ਪਰ ਮੋਦੀ ਇਹੋ ਜਿਹੀ ਕੰਪਨੀ ਨੂੰ ਰਿਪਲੇਸ ਕਰ ਰਿਹਾ, ਪ੍ਰਾਈਵੇਟ ਨੂੰ, ਜਿਹੜੀ ਖੜੇ ਪੈਰ ਲੋਨ ਲੈ ਕੇ ਕੰਪਨੀ ਬਣਦੀ ਆ ਡਿਫੈਂਸ ਦੇ ਨਾਂ ਦੇ ਉੱਤੇ, ਤਾਂ ਜਿਹਨੇ ਅੱਜ ਤੱਕ ਸਾਈਕਲ ਤੱਕ ਨਹੀਂ ਬਣਾਇਆ। ਤੇ ਇਹ ਸਿੱਧੀ ਸਪਸ਼ਟ ਮੋਦੀ ਦਾ ਕਰਪਸ਼ਨ ਇਹਦੇ ਵਿੱਚ ਨਜ਼ਰ ਆ ਰਹੀ ਹੈ। ਮਿਸਕੀ ਗੁਪਤਾ ਜੀ ਚੁੱਪ ਨੇ, ਹੁਣ ਕਦੇ ਵੀ ਮੋਦੀ ਦੇ ਬਾਰੇ ਨਹੀਂ ਬੋਲਣਗੇ। ਠੀਕ ਹੈ ਜੀ। ਤੇ ਹੁਣ ਕੀ ਹੁੰਦਾ ਆ, ਇੱਕ ਇੰਪੋਰਟੈਂਟ ਦਿਨ ਹੈਗਾ ਜੀ 26 ਮਾਰਚ 2019,
ਅੱਜ ਤੋਂ ਕੋਈ 2.5 ਸਾਲ ਪਹਿਲਾਂ 26 ਮਾਰਚ 2019 ਨੂੰ ਜਿਹੜੀ ਐਨਫੋਰਸਮੈਂਟ ਡਾਇਰੈਕਟੋਰੇਟ ਆ, ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਜਿਹਨੇ ਸੁਖਪਾਲ ਖਹਿਰੇ ਨੂੰ ਵੀ ਹੁਣ ਅਰੈਸਟ ਕੀਤਾ ਹੋਇਆ, ਇਹ ਸੁਸ਼ੇਨ ਗੁਪਤਾ ਜਿਹੜਾ ਮੈਂ ਨਾਂ ਲੈ ਰਿਹਾ ਸੀਗਾ, ਇਹਦੇ ਘਰੇ ਰੇਡ ਮਾਰਦੀ ਹੈ, ਇਨਫੋਰਮੇਸ਼ਨ ਇਹਨਾਂ ਨੂੰ ਮਿਲਦੀ ਹੈ। ਸੁਸ਼ੇਨ ਗੁਪਤਾ ਨਾਂ ਦਾ ਬੰਦਾ 26 ਮਾਰਚ 2019 ਨੂੰ ਜਹਾਜ਼ ਹਲੇ ਥੋੜੇ ਜਿਹੇ ਆਏ ਨੇ, ਯਾਨੀ 36 ਨੇ ਮੇਰੇ ਹਿਸਾਬ ਨਾਲ, ਹਲੇ 10 ਵੀ ਨਹੀਂ ਆਏ ਜਹਾਜ਼। 2001 ਦਾ ਕੰਮ ਚੱਲਿਆ ਹੋਇਆ, ਤੁਸੀਂ ਹਿਸਾਬ ਲਾ ਲਓ। ਢਿੱਲਾ ਕੰਮ ਕਾਂਗਰਸ ਦਾ ਵੀ ਬਹੁਤ ਆ, ਪਰ ਐਟਲੀਸਟ ਜਿਹੜੇ ਲੈਵਲ ਤੇ ਮੋਦੀ ਨੇ ਕਰਪਸ਼ਨ ਕੀਤੀ ਆ, ਉਸ ਲੈਵਲ ਤੇ ਕਾਂਗਰਸ ਦੇ ਟਾਈਮ ਤੇ ਕਰਪਸ਼ਨ ਨਹੀਂ ਹੋਈ। ਇਸੇ ਕਰਕੇ ਮੋਦੀ ਇਨਵੈਸਟੀਗੇਸ਼ਨ ਨਹੀਂ ਕਰਾ ਰਿਹਾ। ਇੱਕ ਬੜੀ ਇੰਪੋਰਟੈਂਟ ਲਿੰਕ ਹੈ ਇਹਦੇ ਵਿੱਚ। ਉਹ ਬੰਦੇ ਤੇ ਰੇਡ ਹੁੰਦੀ ਹੈ 26 ਮਾਰਚ 2019 ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ, ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਦੇ ਕੋਲੋਂ 3 ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਉਹਦੇ ਇੱਕ ਪ੍ਰਾਈਵੇਟ ਬੰਦਾ ਆ, ਦਲਾਲ ਆ, ਜਿਹੜੀਆਂ ਡਿਫੈਂਸ ਦੀ ਜਿਹੜੀਆਂ ਡੀਲਸ ਹੁੰਦੀਆਂ ਨੇ, ਇੰਟਰਨੈਸ਼ਨਲ ਡਿਫੈਂਸ ਡੀਲਸ ਹੁੰਦੀਆਂ ਨੇ, ਉਹਦਾ ਦਲਾਲ ਆ। ਉਹ ਜਹਾਜ਼ਾਂ ਦੀ ਖਰੀਦੋ ਫਰੋਖਤ, ਹਥਿਆਰਾਂ ਦੀ ਖਰੀਦੋ ਫਰੋਖਤ, ਖਾਨਦਾਨੀ ਕੰਮ ਆ ਉਹਦਾ। ਠੀਕ ਹੈ ਜੀ। ਉਹ ਬੰਦੇ ਦੇ ਘਰੇ ਰੇਡ ਪੈਂਦੀ ਹੈਗੀ ਆ ਤੇ ਉਹਦੇ ਕੋਲੋਂ ਕੀ ਮਿਲਦਾ ਆ? ਬੈਂਚਮਾਰਕ ਪ੍ਰਾਈਸ ਡਾਕੂਮੈਂਟ। ਜਿੰਨੀਆਂ ਬਿਡਿੰਗ ਵਗੈਰਾ ਹੋਈ ਆ, ਬੈਂਚਮਾਰਕ ਮਿਲ ਕੇ ਹੁੰਦਾ ਵੀ ਜਿਹੜਾ ਤੁਹਾਡਾ ਬੇਸ ਪ੍ਰਾਈਸ ਲਿਸਟ, ਬੈਂਚਮਾਰਕ ਜਾਨੀ ਬੇਸ ਕਹਿ ਲਈਏ ਉਹਨੂੰ, ਵੀ ਹਾਂ ਫਲਾਣਾ ਬਿਡਿੰਗ, ਫਲਾਣੀ ਕੰਪਨੀ ਦੀ ਬਿਡਿੰਗ ਆ ਸੀ, ਧਮਕੇ ਦੀ ਆ ਸੀ, ਫਲਾਣੇ ਦੀ ਆ ਸੀਗੀ ਜੀ। ਜਾਨੀ ਉਹਦੇ ਕੋਲ ਸਾਰੀ ਕੰਪਨੀਆਂ ਦੀ ਡਿਟੇਲ ਦੀ ਲਿਸਟ ਹੈਗੀ ਆ ਵੀ ਕਿਹੜੇ ਕਿਹੜੇ ਭਾਅ ਹੈਗਾ ਉਹ ਬੰਦੇ ਕੋਲ। ਠੀਕ ਹੈ ਜੀ। ਤੇ ਉਹਦੇ ਤੋਂ ਮਿਲਦਾ ਹੈਗਾ ਆ 2 ਡਾਕੂਮੈਂਟ ਹੋਰ ਮਿਲਦੇ ਨੇ, ਰਾਈਟਸ ਟੂ, ਹਾਂ ਇਹ ਬੰਦਾ, ਇਹੀ ਬੰਦਾ 24 ਜੂਨ 2014 ਨੂੰ ਜਦੋਂ ਮੋਦੀ ਦੀ ਸਰਕਾਰ ਆ ਜਾਂਦੀ ਹੈ ਕੇਂਦਰ ਦੇ ਵਿੱਚ। ਅੱਛਾ, ਇੱਕ ਇਹਦੇ ਕੋਲ ਡਾਕੂਮੈਂਟ ਮੈਂ ਵਾਪਸ ਆਵਾਂ, ਇੱਕ ਡਾਕੂਮੈਂਟ ਮਿਲਦਾ ਬੈਂਚਮਾਰਕ ਡਾਕੂਮੈਂਟ, ਤੇ ਉਹਦੇ ਵਿੱਚ ਇਹ ਪਤਾ ਲੱਗਦਾ ਵੀ ਜਿਹੜਾ ਯੂਰੋ ਫਾਈਟਰ ਨਾਮ ਦੀ ਵੀ ਕੰਪਨੀ ਸੀਗੀ, ਯੂਰੋ ਫਾਈਟਰ ਨਾਂ ਦੀ ਵੀ ਕੰਪਨੀ, ਕਿਉਂਕਿ 6 ਕੰਪਨੀਆਂ ਨੇ ਮਿਲ ਕੇ ਟੈਂਡਰ ਭਰਿਆ ਸੀਗਾ ਵੀ ਅਸੀਂ ਤੁਹਾਨੂੰ ਦੇਣ ਨੂੰ ਤਿਆਰ ਹੈਗੇ ਆ, ਆਹ ਸਾਡਾ ਰੇਟ ਆ। ਜਿਹੜੀ ਯੂਰੋ ਫਾਈਟਰ ਕੰਪਨੀ ਸੀ ਉਹਦਾ ਭਾਅ 20% ਘੱਟ ਸੀਗਾ ਰਫੇਲ ਨਾਲੋਂ। ਪਰ ਇਹ ਮਨਮੋਹਨ ਸਿੰਘ ਦੇ, ਪਰ ਇਹ ਸਵਾਲ ਮਨਮੋਹਨ ਸਿੰਘ ਤੇ ਆਉਂਦਾ ਆ ਵੀ ਰਫੇਲ ਨੂੰ ਹੀ ਕਿਉਂ ਸਿਲੈਕਟ ਕੀਤਾ ਗਿਆ ਜਦੋਂ ਉਹਨਾਂ ਨੇ ਟੈਂਡਰ ਖੋਲੇ 2011 ਦੇ ਵਿੱਚ। ਤੇ ਪਰ ਉਹਨਾਂ ਨੇ ਪ੍ਰੋਕਿਉਰਮੈਂਟ ਕੀਤੀ ਨਹੀਂ ਗੀ, ਡੀਲ ਉੱਥੇ ਹੀ ਰੁਕ ਗਈ। ਰਫੇਲ ਦੇ ਨਾਲ ਜਿਹੜਾ ਤੋਰਾ ਤੋਰਦਾ, ਇਹ ਤੋਰਦਾ ਹੈਗਾ ਮੋਦੀ ਆ ਕੇ 2014 ਚ। ਠੀਕ ਹੈ ਜੀ। ਤੇ ਉਹਦੇ ਕੋਲੋਂ ਜਿਹੜੇ 2 ਡਾਕੂਮੈਂਟ ਮਿਲਦੇ ਨੇ, ਆਪਣੇ ਬੈਂਚਮਾਰਕ ਪ੍ਰਾਈਸ ਡਾਕੂਮੈਂਟ, ਤੇ ਉਹਦੇ ਪਤਾ ਲੱਗਦਾ ਵੀ ਯੂਰੋ ਫਾਈਟਰ ਦਾ 20% ਰੇਟ ਹੈਗਾ ਘੱਟ। ਤੇ ਇਹੋ ਬੰਦਾ ਮੋਦੀ 2014 ਮਈ ਦੇ ਵਿੱਚ ਬਣਦਾ ਪ੍ਰਧਾਨ ਮੰਤਰੀ। ਤੇ ਇਹ ਬੰਦਾ, ਇਹਦੇ ਕੋਲੋਂ ਸਬੂਤ ਮਿਲੇ ਨੇ ਜਦੋਂ ਇਹਨੂੰ ਅਰੈਸਟ ਕੀਤਾ, ਛਾਣਬੀਣ ਕੀਤੀ, ਤੇ ਇਹ ਜਿਹੜੀ 100 ਕੰਪਨੀ ਆ ਉਹਨੂੰ ਲਿਖਦਾ ਆ, ਕਹਿੰਦਾ ਬੇਸ਼ੱਕ ਸਰਕਾਰ ਬਦਲ ਗਈ ਆ ਇੰਡੀਆ ਦੇ ਵਿੱਚ, ਪਰ ਮੇਰੀ ਜਿਹੜੀ ਪੋਲੀਟੀਕਲ ਹਾਈ ਕਮਾਂਡ ਦੇ ਨਾਲ ਮੇਰੀ ਗੱਲਬਾਤ ਹੈਗੀ ਆ ਤੇ ਆਪਾਂ ਇਹਨੂੰ ਕੰਟੀਨਿਊ ਕਰ ਸਕਦੇ ਹਾਂ ਡੀਲ। ਇਹ ਜਿਹੜਾ ਸੁਸ਼ੇਨ ਗੁਪਤਾ ਹੈ, ਕਾਂਗਰਸ ਦੇ ਨਾਲ ਵੀ ਇਹ ਇਨ ਟੱਚ ਸੀਗਾ ਕਾਂਗਰਸ ਦੀ ਸਰਕਾਰ ਵੇਲੇ, ਤੇ ਬੀਜੇਪੀ ਵੇਲੇ ਵੀ। ਇਹ ਸ਼ੁਰੂ ਦੇ ਵਿੱਚ ਹੀ ਸਰਕਾਰ ਬਦਲ ਜਾਂਦੀ ਹੈ, ਕਾਂਗਰਸ ਫਾਈਨਲਾਈਜ਼ ਨਹੀਂ ਕਰਦੀ ਡੀਲ, ਕਿਉਂਕਿ ਕਰਪਸ਼ਨ ਦਾ ਰੌਲਾ ਪੈ ਜਾਂਦਾ ਉਹਦੇ ਵਿੱਚ। ਮੈਨੂੰ ਯਾਦ ਹੈ ਐਂਥਨੀ ਸੀ ਡਿਫੈਂਸ ਮਿਨਿਸਟਰ। ਇੱਕ ਤਾਂ ਉਹਦਾ ਇਹ ਵੀ ਬਿਆਨ ਹੈਗਾ ਆ ਵੀ 2011 ਦਾ ਬਿਆਨ ਆ ਉਹ, ਵੀ ਇਸ ਵੇਲੇ ਇੰਡੀਆ ਦੇ ਕੋਲ ਪੈਸੇ ਨਹੀਂ ਹੈਗੇ ਜਹਾਜ਼ ਖਰੀਦਣ ਵਾਸਤੇ, ਤੇ ਅਗਲੇ ਸਾਲ ਦੇ ਉੱਤੇ ਉਹਨੇ ਪਾਤਾ ਸੀਗਾ ਵੀ ਅਗਲੇ ਸਾਲ ਦੇ ਬਜਟ ਦੇ ਵਿੱਚ ਜਹਾਜ਼ ਖਰੀਦਾਂਗੇ ਜੀ। ਐਂਥਨੀ ਦਾ ਬਿਆਨ ਸੀਗਾ, ਮੈਨੂੰ ਅੱਜ ਵੀ ਯਾਦ ਆ ਇਹ। ਉਹ ਬੰਦੇ ਨੇ ਵੀ ਮੈਨੂੰ ਭੇਜਿਆ ਸੀਗਾ, ਜਿਹੜਾ ਬੰਦਾ ਸਪੇਨ ਤੋਂ ਇਹਦਾ ਹੈ ਨਾ ਅਨੁਭਗਤ। ਤੇ ਮੈਂ ਹੁਣ ਜਾ ਲੈ ਕੇ ਆਵਾਂ, ਹੁਣ ਉਹ ਬੰਦਾ 24 ਜੂਨ ਨੂੰ 2014 ਨੂੰ ਲਿਖਦਾ ਹੈਗਾ 100 ਕੰਪਨੀ ਨੂੰ ਵੀ ਤੁਸੀਂ ਘਬਰਾਓ ਨਾ। ਫਿਰ ਕੀ ਹੋਇਆ, ਜੇ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਚਲੇਗੀ, ਦੂਜੀ ਸਰਕਾਰ 'ਚ ਵੀ ਆਪਣੇ ਸੈੱਲ ਹੈਗੇ ਨੇ, ਤੇ ਦੂਜੀ ਸਰਕਾਰ ਦੇ ਵਿੱਚ ਹੀ ਕਾਲਾ ਮਾਲਾ ਸ਼ੁਰੂ ਹੁੰਦਾ ਜੀ ਸਾਰਾ। ਅੱਗੇ ਆ ਜਾਓ, ਪਹਿਲਾਂ 26 ਮਾਰਚ 2019 ਦੀ ਮੈਂ ਗੱਲ ਕਰ ਚੁੱਕਿਆ, ਇਹਨੂੰ ਰੇਡ ਪੈਂਦੀ ਆ। ਹੁਣ ਤੁਸੀਂ ਆ ਜਾਓ ਜੀ 10 ਅਕਤੂਬਰ 2018। 10 ਅਕਤੂਬਰ ਨੂੰ ਇੱਕ ਲਿਫਾਫਾ ਦਿੰਦੀ ਹੈਗੀ ਆ, ਰੌਲਾ ਬਹੁਤ ਪੈਂਦਾ ਆ, ਆਪੋਜੀਸ਼ਨ ਰੌਲਾ ਪਾਉਂਦੀ ਆ ਜਿਹੜੇ ਜਹਾਜ਼ ਇਹ ਖਰੀਦੇ ਨੇ ਇਹਦਾ ਰੇਟ ਕੀ ਆ। ਇਹ ਕਹਿੰਦੇ ਅਸੀਂ ਰੇਟ ਨਹੀਂ ਦੱਸਣਾ ਹੈਗਾ, ਇਹਦੇ ਨਾਲ ਸਾਨੂੰ ਡਿਫੈਂਸ ਨੂੰ ਖਤਰਾ ਆ, ਫਲਾਣਾ ਆ, ਰਾਸ਼ਟਰੀ ਜਿਹੜੀ ਸੁਰੱਖਿਆ ਆ ਉਹਨੂੰ ਖਤਰਾ ਆ। ਠੀਕ ਆ ਜੀ। ਕਰਾ ਕੇ ਜਦੋਂ ਸੁਪਰੀਮ ਕੋਰਟ ਵੀ ਪੁੱਛਦਾ ਵੀ ਹਾਂ ਘੱਟੋ ਘੱਟ ਰੇਟ ਤਾਂ ਪਤਾ ਲੱਗੇ ਕੀ ਹੈਗਾ ਆ, ਵੀ 700 ਕਰੋੜ ਦੇ ਸ਼ੁਰੂ ਹੋਈ ਸੀਗੀ ਇਹਦਾ ਪ੍ਰਾਈਸ, ਤੇ 1600 ਕਰੋੜ ਦੀ ਖਬਰਾਂ ਮਿਲ ਰਹੀਆਂ ਨੇ, ਇੰਨਾ ਮਹਿੰਗਾ ਹੈਗਾ ਆ। ਇਹਨਾਂ ਨੇ ਬੰਦ ਲਿਫਾਫਾ ਦਿੱਤਾ ਬੀਜੇਪੀ ਸਰਕਾਰ ਨੇ, ਮੋਦੀ ਦੀ ਨੇ, ਤੁਹਾਡੇ 10 ਅਕਤੂਬਰ 2018 ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ। ਉਹਦੇ ਵਿੱਚ ਪ੍ਰਾਈਸ ਜਿਹੜੀ ਸੀਗੀ, ਡਿਟੇਲ ਸੀਗੀ ਸੁਪਰੀਮ ਕੋਰਟ, ਜਿਹੜੇ ਲਿਫਾਫਾ ਬੰਦ ਦਿੱਤਾ ਜੀ।
ਇਧਰੋਂ ਇਹ 10 ਅਕਤੂਬਰ ਨੂੰ ਇਹ ਲਿਫਾਫਾ ਦਿੱਤਾ ਜਾਂਦਾ ਆ। 11 ਅਕਤੂਬਰ ਨੂੰ ਜਿਹੜਾ ਹੈਗਾ ਤੁਹਾਡਾ ਮੌਰੀਸ਼ੀਅਸ ਕੰਟਰੀ ਹੈਗਾ, ਅਫਰੀਕਾ ਦਾ ਬੜਾ ਸੋਹਣਾ ਕੰਟਰੀ ਆ, ਉਹ ਆਈਲੈਂਡ ਹੈ ਮੇਰਾ ਖਿਆਲ ਮੌਰੀਸ਼ੀਅਸ, ਉੱਥੋਂ ਦਾ ਅਟਾਰਨੀ ਜਨਰਲ, ਸਰਕਾਰੀ ਵਕੀਲ ਕਹਿ ਲਈਏ ਆਪਾਂ, ਅਟਾਰਨੀ ਜਨਰਲ, ਉੱਥੋਂ ਦਾ ਅਟਾਰਨੀ ਜਨਰਲ CBI ਨੂੰ ਪ੍ਰੂਫ ਦਿੰਦਾ ਆ। ਅੱਗੇ ਪੁਆਇੰਟ ਟੂ ਬੀ ਨੋਟਡ ਹੈ ਇੱਥੇ, ਜਿਹੜਾ ਮੋਦੀ ਦਾ ਇਹਦੇ ਵਿੱਚ ਘਪਲਾ ਨਜ਼ਰ ਆਉਂਦਾ ਆ, ਕਿਉਂਕਿ ਇਹ ਜਿਹੜਾ ਮੌਰੀਸ਼ੀਅਸ ਸੀਗਾ ਫਰਾਂਸ ਦੀ ਕਲੋਨੀ ਸੀਗੀ ਇਹ ਕਿਸੇ ਵੇਲੇ, ਯਾਨੀ ਫ੍ਰੈਂਚ ਇਨਫਲੂਐਂਸ ਹੈਗਾ ਇੱਥੇ ਤੇ ਮੌਰੀਸ਼ੀਅਸ ਦੇ ਵਿੱਚ। ਉੱਥੋਂ ਦਾ ਅਟਾਰਨੀ ਜਨਰਲ ਇੰਡੀਆ ਦੀ CBI ਨੂੰ ਡਾਕੂਮੈਂਟ ਭੇਜਦਾ ਹੈਗਾ ਤੇ ਉਹਦੇ ਵਿੱਚ ਜਿਹੜੀ ਕਿਕਬੈਕ ਦਿੱਤਾ ਗਿਆ ਨਾ, ਜਿਹੜੀ ਰਿਸ਼ਵਤ ਦਿੱਤੀ ਗਈ ਹੈ, ਉਹਦੇ ਸਬੂਤ ਹੁੰਦੇ ਨੇ। ਹੁਣ ਤੁਸੀਂ ਦੇਖੋ ਮੌਰੀਸ਼ੀਅਸ ਕੰਟਰੀ ਦਾ ਇੱਕ ਸਰਕਾਰੀ ਬੰਦਾ, ਉਹ ਬੰਦਾ CBI ਨੂੰ ਸਬੂਤ ਭੇਜਦਾ ਆ ਵੀ ਜਿਹੜੀ ਤੁਹਾਡੀ ਰਫੇਲ ਡੀਲ ਹੈਗੀ ਆ, ਪੁਰਾਣੀ ਚੱਲਦੀ ਆ ਰਹੀ ਹੈ ਜਿਹੜੀ, ਤੇ ਜਿਹੜੀ ਪੁਰਾਣੀ ਚੱਲਦੀ ਆ ਰਹੀ ਹੈਗੀ ਆ, ਤੇ ਵੀ ਉਹਦੇ ਵਿੱਚ ਘਪਲੇ ਹੈਗੇ ਨੇ। ਉਹ ਚ ਆਪਣੇ ਮਨਮੋਹਨ ਸਿੰਘ ਦੇ ਟਾਈਮ ਦੇ ਵਿੱਚ ਵੀ ਘਪਲੇ ਨੇ, 65 ਕਰੋੜ ਦਾ ਘਪਲਾ ਦੱਸਦੇ ਨੇ ਕਿਕਬੈਕ, ਤੇ ਉਹਦੇ ਵਿੱਚ ਇਹਨਾਂ ਨੇ ਮਨਮੋਹਨ ਸਿੰਘ ਵਾਲਾ ਤਾਂ ਰੌਲਾ ਪਾ ਲਿਆ, ਤੇ ਜਿਹੜੀ ਮੋਦੀ ਦੀਆਂ ਕਰਤੂਤਾਂ ਤੇ ਤੁਹਾਡੇ ਸਾਹਮਣੇ ਨੇ ਵੀ ਜਿਹੜਾ ਬੰਦਾ 126 ਤੋਂ ਘਟਾ ਕੇ ਜਹਾਜ਼ ਕਰ ਦਿੰਦਾ 36, ਜਿਹੜੇ ਮੇਡ ਇਨ ਇੰਡੀਆ ਬਣਨੇ ਸੀ 126 ਚੋਂ 18 ਕੱਢ ਕੇ 108 ਉਹ ਵੀ ਖਤਮ ਕਰ ਦਿੰਦਾ ਮੇਡ ਇਨ ਇੰਡੀਆ ਵਾਲੀ ਡੀਲ, ਮੇਕ ਇਨ ਇੰਡੀਆ। ਠੀਕ ਹੈ, ਜਹਾਜ਼ਾਂ ਦਾ ਭਾਅ ਹੋ ਜਾਂਦਾ ਆ ਦੁੱਗਣੇ ਤੋਂ ਵੀ ਵੱਧ। ਜਿਹੜੀ ਕੰਪਨੀ ਇੰਡੀਆ ਨੇ ਟੇਕ ਓਵਰ ਕਰਨਾ ਹੁੰਦਾ ਆ ਉਹਨੂੰ ਵੀ ਬਦਲ ਦਿੰਦਾ ਇੱਕ ਬੈਂਕਰਪਟ ਕੰਪਨੀ ਦੇ ਨਾਲ। ਇੱਥੋਂ ਤਾਂ ਮੋਦੀ ਦੀ ਕਰਤੂਤ ਸਪਸ਼ਟ ਆਉਂਦੀ ਹੈ। ਪਰ ਹੁਣ ਇੱਥੇ ਜਿਹੜੀ ਆਹ ਡਿਵੈਲਪਮੈਂਟ ਹੈਗੀ ਆ ਵੀ ਉਹ ਮੌਰੀਸ਼ੀਅਸ ਦੀ ਜਿਹੜੀ ਅਟਾਰਨੀ ਜਨਰਲ ਆ, ਸਰਕਾਰੀ ਬੰਦਾ ਆ, ਸਰਕਾਰ ਦੇ ਵਿੱਚ ਕੰਮ ਕਰਦਾ, ਉਹ ਪ੍ਰੂਫ ਦਿੰਦਾ CBI ਨੂੰ ਵੀ ਤੁਹਾਡੇ ਇਹਦੇ ਵਿੱਚ ਰਿਸ਼ਵਤ ਦਿੱਤੀ ਗਈ ਹੈਗੀ ਆ, ਰਿਸ਼ਵਤ ਦੇਣੀ ਆ ਕੰਪਨੀ ਨੇ ਵੀ ਹਾਂ ਤੂੰ ਸਾਡੇ ਜਹਾਜ਼ ਵਿਕਵਾ ਤੇ ਤੈਨੂੰ ਇੰਨੇ ਪੈਸੇ ਦੇਵਾਂਗੇ। ਉਹ ਪੈਸੇ ਉਹ ਸੁਸ਼ੇਨ ਗੁਪਤਾ ਨੇ ਵੀ ਖਾਦੇ ਹੋਣੇ ਨੇ, ਉਹ ਪੈਸੇ ਇਹ ਸਰਕਾਰੀ ਜਿਹੜੇ ਮੰਤਰੀ ਜਿਹੜਾ ਕਹਿੰਦਾ ਨਾ ਖਾਊਂਗਾ ਨਾ ਖਾਣੇ ਦੂੰਗਾ, ਇਹਨੇ ਵੀ ਖਾਦੇ ਹੋਣੇ ਨੇ। ਕਿਉਂਕਿ 700 ਵਾਲੀ ਚੀਜ਼ ਜੇ ਤੁਸੀਂ 1400 ਦੀ 1500 ਦੀ 7 ਰੁਪਏ ਵਾਲੀ ਚੀਜ਼ ਤੁਸੀਂ 16 ਰੁਪਏ ਦੀ ਖਰੀਦ ਰਹੇ ਹੋ, ਤੇ ਮੋਦੀ ਨੇ ਕਿਹੜਾ ਆਪਣੀ ਜੇਬ ਚੋਂ ਖਰੀਦਣੇ ਸੀਗੇ? ਲੋਕਾਂ ਦੇ ਟੈਕਸ ਦਾ ਪੈਸਾ ਆ ਤੇ ਠੀਕ ਆ, ਕੋਈ ਗੱਲ ਨਹੀਂ। ਹੁਣ ਤੁਸੀਂ ਇਹਨੂੰ ਜੋੜ ਕੇ ਦੇਖ ਲਓ, ਆ ਜਿਹੜਾ ਘੁਟਾਲਾ ਤੁਹਾਡਾ ਹੁੰਦਾ ਆ ਰਾਮ ਮੰਦਿਰ ਦੇ ਨਾਂ ਦੇ ਉੱਤੇ, ਰਾਮ ਮੰਦਿਰ ਨਿਰਮਾਣ ਟਰਸਟ ਬਣਾਇਆ ਜੀ ਇਹਨਾਂ ਨੇ, ਜਿਹੜਾ ਅਯੋਧਿਆ ਦੇ ਵਿੱਚ ਮੰਦਿਰ ਬਣਾਉਣਾ ਹੈ, ਲੋਕਾਂ ਨੇ ਡੋਨੇਸ਼ਨ ਵਾਧੂ ਦਿੱਤੀ ਭਗਵਾਨ ਰਾਮ ਦੇ ਨਾਂ ਦੇ ਉੱਤੇ ਵੀ ਮੰਦਿਰ ਬਣਨਾ ਹੈ, ਤੇ ਉਹ ਟਰਸਟ ਕਰ ਕੀ ਰਿਹਾ ਆ? ਉਹ ਟਰਸਟ ਦਾ ਘਪਲਾ ਜਿਹਾ 4-5 ਮਹੀਨੇ ਪਹਿਲਾਂ ਦੀ ਗੱਲ ਆ, ਤੁਹਾਡੇ ਸਾਹਮਣੇ ਆਇਆ ਸੀਗਾ। ਇੱਕ ਜ਼ਮੀਨ ਦਾ ਟੋਟਾ ਆ, ਉਹਦੀ ਇੱਕੋ ਦਿਨ ਦੇ ਵਿੱਚ 2 ਵਾਰੀ ਸੌਦਾ ਹੁੰਦਾ। ਉਹਦਾ ਪਹਿਲਾ ਸੌਦਾ ਹੁੰਦਾ 2 ਕਰੋੜ ਦਾ, 2 ਕਰੋੜ ਦੀ ਜ਼ਮੀਨ ਕੋਈ ਬੰਦਾ ਇੰਡੀਵਿਜੂਅਲ ਖਰੀਦਦਾ ਆ, ਵਿੱਚ ਬਿਆਨੇ ਤੇ ਹੀ ਅੱਗੋਂ ਵੇਚ ਦਿੱਤਾ ਜਾਂਦਾ ਉਹਨੂੰ 17.5-18 ਕਰੋੜ ਦੇ ਵਿੱਚ। ਯਾਨੀ ਜ਼ਮੀਨ ਜਿਹੜੇ ਬੰਦੇ ਨੇ ਵੇਚੀ ਆ ਉਹਨੇ ਵੇਚੀ ਆ 2 ਕਰੋੜ 'ਚ, ਤੇ ਟਰਸਟ ਨੇ ਖਰੀਦੀ ਆ ਉਹ 17.5 ਕਰੋੜ ਦੇ ਵਿੱਚ। ਉਹ ਜਿਹੜਾ 15-16 ਕਰੋੜ ਦਾ ਘੁਟਾਲਾ ਆ, ਉਹ ਜਿਹੜੇ ਟਰਸਟ ਦੇ ਬੰਦੇ ਨੇ ਉਹਨਾਂ ਨੇ ਮਿਲ ਕੇ ਖਾਦਾ। ਰੌਲਾ ਪੈ ਗਿਆ, ਹੁਣ ਉਹਦਾ ਬਚਾਅ ਹੋ ਗਿਆ, ਪਰ ਮੋਦੀ ਸਾਹਿਬ ਨੇ ਜ਼ੁਬਾਨ ਨਹੀਂ ਖੋਲੀ ਆਪਣੀ ਵੀ ਰਾਮ ਮੰਦਿਰ ਟਰਸਟ, ਜਿਹੜਾ ਉਹ ਟਰਸਟ ਦਾ ਚੇਅਰਮੈਨ ਸੀਗਾ, ਉਹ ਇਹਨਾਂ ਨੇ ਬਦਲਤਾ। ਚੰਪਤ ਸੰਪਤ ਸੀ ਖਬਨੀ ਉਹਦਾ ਨਾਮ। ਠੀਕ ਹੈ ਜੀ, ਤੇ ਇਹ ਉਸੇ ਤਰੀਕੇ ਦਾ ਘੁਟਾਲਾ ਤੁਹਾਡਾ ਰਫੇਲ ਡੀਲ ਦਾ ਘੁਟਾਲਾ ਹੈ। ਪੈਸੇ ਇਹਨਾਂ ਨੇ ਮੋਟੇ ਖਾਦੇ ਨੇ। ਫਿਰ ਜਿਹੜਾ ਮੋਦੀ ਸਰਕਾਰ ਨੇ ਜਿਹੜਾ ਇੱਕ ਹੋਰ ਝੂਠ ਬੋਲਿਆ, ਜਿਵੇਂ ਇਹਨਾਂ ਨੇ 10 ਅਕਤੂਬਰ ਨੂੰ ਲਿਫਾਫਾ ਦਿੱਤਾ, 10 ਅਕਤੂਬਰ 2018 ਨੂੰ ਸੁਪਰੀਮ ਕੋਰਟ ਨੂੰ ਬੰਦ ਲਿਫਾਫਾ ਦਿੱਤਾ, ਜਿਹਦੇ ਵਿੱਚ ਉਹਦੇ ਜਿਹੜੇ ਪ੍ਰਾਈਸ ਦੀ ਡਿਟੇਲ ਸੀਗੀ, ਉਹ ਤੋਂ ਅਗਲੇ ਦਿਨ ਤੁਹਾਡੇ ਕੋਲ ਮੌਰੀਸ਼ੀਅਸ ਦਾ ਜਿਹੜਾ ਡਾਕੂਮੈਂਟ ਆ ਜਾਂਦਾ, ਪ੍ਰੂਫ ਆ ਜਾਂਦਾ ਵੀ ਇਹਦੇ ਵਿੱਚ ਪੈਸਿਆਂ ਦਾ ਲੈਣ ਦੇਣ ਹੋਇਆ ਆ ਸੌਦਾ ਬਕਵਾਉਣ ਦੇ ਬਦਲੇ। ਤੇ ਇਹ ਮੋਦੀ CBI ਇਹ ਜਾਣਕਾਰੀ ਸੁਪਰੀਮ ਕੋਰਟ ਨੂੰ ਪ੍ਰੋਵਾਈਡ ਨਹੀਂ ਕਰਦੀ ਹੈਗੀ ਹੈ। ਠੀਕ ਹੈ ਜੀ, ਤੇ ਨਾ ਹੀ ਮੋਦੀ ਇਹਦੇ ਤੇ ਹੁਣ ਇਨਕੁਆਇਰੀ ਕਰਾ ਕੇ ਇਨਕੁਆਇਰੀ ਨਹੀਂ ਕਰਵਾ ਰਿਹਾ ਇਹਦੇ ਉੱਤੇ। ਸੋ ਸਭ ਤੋਂ ਵੱਡਾ ਘੁਟਾਲਾ ਇਹਦਾ ਇਹ ਹੈਗਾ ਜੀ। ਹੁਣ ਤੁਸੀਂ ਲਾ ਲਓ ਬਈ 36 ਜਹਾਜ਼ ਨੇ ਤੇ 1600 ਕਰੋੜ ਦਾ ਇੱਕ ਜਹਾਜ਼ ਹੈ ਜੀ। 1600 ਕਰੋੜ ਗੁਣਾ 36, ਹੁਣ ਪਤਾ ਨਹੀਂ ਕਿੰਨੀ ਵੱਡੀ ਫਿਗਰ ਹੋਊਗੀ ਜੀ। ਇਹ 57-60,000 ਕਰੋੜ ਦੇ ਨੇੜੇ ਤੇੜੇ ਦੀ ਇਹ ਡੀਲ ਹੈਗੀ ਆ, 60,000 ਕਰੋੜ ਦੇ ਕਰੀਬ ਦੀ। ਤੇ ਇਹਦੇ ਚੋਂ ਕਿੰਨਾ ਕੁ ਪੈਸੇ ਇਹਨਾਂ ਨੇ ਖਾਦੇ ਨੇ? 700 ਵਾਲੀ ਚੀਜ਼ ਜਿਹੜੀ 1600 ਦੀ ਕਰ ਦਿੱਤੀ ਗਈ ਆ। ਰਿਲਾਇੰਸ ਵਾਲੇ ਦੇ ਨਾਲ ਕਿੰਨੇ ਕੁ ਪੈਸੇ ਲੈ ਆਉਣਗੇ ਵੀ ਕੋਈ ਗੱਲ ਨਹੀਂ ਡੀਲ ਤੈਨੂੰ ਦਵਾਉਣੇ ਆ, ਇਹ ਆਪੇ ਤੁਸੀਂ ਹਿਸਾਬ ਲਾ ਲਓ। ਚੋਰੀ ਦਾ ਕੱਪੜਾ ਤੇ ਲਾਠੀਆਂ ਦੇ ਗਾਜ, ਇਹ ਹਿਸਾਬ ਆ। ਮਹਾ ਚੋਰ ਬੰਦਾ ਜਿਹੜਾ ਮੋਦੀ ਕਹਿੰਦਾ ਵੀ ਇਹਨੇ ਦੱਸੋ ਘੁਟਾਲਾ ਕਿਹੜਾ ਕੀਤਾ, ਤੁਹਾਨੂੰ ਇੱਕ ਘੁਟਾਲਾ ਦੱਸਿਆ ਇਹਦਾ। ਅਗਰ ਇਹਨਾਂ ਨੇ ਉਹ ਜਿਹੜੀ 65 ਕਰੋੜ ਦੀ ਕਾਂਗਰਸ ਵੇਲੇ ਦੀ ਕੋਈ ਹੈਗਾ ਕਿਕਬੈਕ ਹੁੰਦਾ, ਜਿਵੇਂ ਵੀ ਦਲਾਲੀ ਕਿਸਮ ਦੀ ਨਜਾਇਜ਼ ਦਲਾਲੀ ਵੀ ਹਾਂ ਤੂੰ ਸੌਦਾ ਵਿਕਵਾ ਮੇਰਾ ਚੱਕ ਪੈਸੇ ਤੈਨੂੰ ਇਨਾਮ ਦੇ ਵਿੱਚ ਦਿੱਤੇ,
ਇਹਦਾ ਤਾਂ ਰੌਲਾ ਪਾਉਂਦਾ ਹੈਗਾ ਆ ਵੀ ਕਾਂਗਰਸ ਵੇਲੇ ਦਾ ਹੋਇਆ, ਪਰ ਜੇ ਇਨਕੁਆਇਰੀ ਕਰਾਵੇ, ਕਾਂਗਰਸ ਤਾਂ ਆਪ ਰੌਲਾ ਪਾ ਰਹੀ ਹੈ, ਕਹਿੰਦੇ ਕਰਾਓ ਇਨਕੁਆਇਰੀ, ਜਿਹੜਾ ਵੀ ਹੈਗਾ ਦੋਸ਼ੀ ਉਹਨੂੰ ਚੁੱਕ ਕੇ ਅੰਦਰ ਸਿੱਟੋ, ਤੇ ਮੋਦੀ ਸਾਹਿਬ ਹੁਣ ਇਨਕੁਆਇਰੀ ਕਰਾ ਨਹੀਂ ਰਹੇ ਹੈਗੇ। ਆਹ ਸਿਚੁਏਸ਼ਨ ਹੈ ਇਹਦੀ। ਠੀਕ ਹੈ ਜੀ, ਨਾ ਖਾਊਂਗਾ ਨਾ ਖਾਣੇ ਦੂੰਗਾ ਦੀ।